पहला उत्पत्ति की पोथी 37 अध्याय 3 तो 4, 12 तो 13, 17 तो 28। इसराइल यूसुफ ਨੂੰ ਆਪਣੇ ਸਾਰੇ ਪੁੱਤਰਾਂ ਨਾਲੋਂ ਵੱਧ ਪਿਆਰ ਕਰਦਾ ਸੀ, ਕਿਉਂ ਜੋ ਉਹ ਉਸ ਦੀ ਵਿਰਧ ਅਵਸਥਾ ਦਾ ਪੁੱਤਰ ਸੀ ਅਤੇ ਉਸ ਨੇ ਉਸ ਦੇ ਲਈ ਇੱਕ ਲੰਮਾ ਚੋਲਾ ਬਣਾਇਆ। ਉਪਰੰਤ ਜਦੋਂ ਉਸ ਦੇ ਭਰਾਵਾਂ ਨੇ ਵੇਖਿਆ ਕਿ ਉਹਨਾਂ ਦਾ ਪਿਤਾ ਉਸ ਨੂੰ ਉਸ ਦੇ ਭਰਾਵਾਂ ਨਾਲੋਂ ਵੱਧ ਪਿਆਰ ਕਰਦਾ ਹੈ, ਤਾਂ ਉਹ ਉਸ ਦੇ ਨਾਲ ਵੈਰ ਰੱਖਣ ਲੱਗੇ ਅਤੇ ਉਸ ਦੇ ਨਾਲ ਸ਼ਾਂਤੀ ਨਾਲ ਨਹੀਂ ਬੋਲ ਸਕਦੇ ਸਨ। ਉਸ ਦੇ ਭਰਾ ਆਪਣੇ ਪਿਤਾ ਦੀਆਂ ਭੇਡਾਂ ਚਾਰਨ ਲਈ ਸ਼ਕਮ ਨੂੰ ਗਏ। ਤਦ ਇਸਰਾਇਲ ਨੇ ਯੂਸੁਫ ਨੂੰ ਆਖਿਆ ਕਿ ਤੇਰੇ ਭਰਾ ਸ਼ਕਮ ਵਿੱਚ ਭੇਡਾਂ ਨੂੰ ਨਹੀਂ ਚਾਰਦੇ ਹਨ, ਜਾਂ ਮੈਂ ਤੈਨੂੰ ਉਹਨਾਂ ਦੇ ਕੋਲ ਘੱਲਦਾ ਹਾਂ। ਸੋ ਯੂਸੁਫ ਆਪਣੇ ਭਰਾਵਾਂ ਦੇ ਮਗਰ ਚੱਲ ਪਿਆ ਅਤੇ ਉਹਨਾਂ ਨੂੰ ਦੋਥਾਨ ਵਿੱਚ ਜਾ ਲੱਭਾ। ਉਹਨਾਂ ਨੇ ਉਸ ਨੂੰ ਦੂਰੋਂ ਵੇਖਿਆ ਅਤੇ ਉਸ ਨੂੰ ਦੇ ਨੇੜੇ ਆਉਣ ਤੋਂ ਪਹਿਲਾਂ ਉਹਨਾਂ ਦੇ ਉਸ ਦੇ ਮਾਲ ਸੁੱਟਣ ਦਾ ਮਤਾ ਪਕਾਇਆ ਅਤੇ ਇੱਕ ਦੂਜੇ ਨੂੰ ਆਖਿਆ, ਵੇਖੋ ਇਹ ਸੁਪਨਿਆਂ ਦਾ ਸਾਹਿਬ ਆਉਂਦਾ ਹੈ। ਹੁਣ ਆਓ ਅਸੀਂ ਇਸ ਨੂੰ ਮਾਰ ਸੁੱਟੀਏ ਅਤੇ ਕਿਸੇ ਟੋਏ ਵਿੱਚ ਸੁੱਟ ਦਈਏ ਅਤੇ ਆਖੀਏ ਕਿ ਕੋਈ ਬੁਰਾ ਜਾਨਵਰ ਉਸ ਨੂੰ ਖਾ ਗਿਆ ਹੈ, ਤਾਂ ਅਸੀਂ ਵੇਖੀਏ ਕਿ ਉਸ ਦੇ ਸੁਪਨਿਆਂ ਦਾ ਕੀ ਬਣੇਗਾ। ਪਰ ਰਬੂਏਨ ਨੇ ਸੁਣ ਕੇ ਉਸ ਨੂੰ ਉਹਨਾਂ ਦੇ ਹੱਥੋਂ ਬਚਾਇਆ ਅਤੇ ਆਖਿਆ, ਅਸੀਂ ਇਸ ਨੂੰ ਜਾਨੋਂ ਨਾ ਮਾਰੀਏ। ਉਸ ਨੂੰ ਆਖਿਆ, ਖੂਨ ਨਾ ਕਰੋ, ਉਸ ਨੂੰ ਇਸ ਟੋਏ ਵਿੱਚ ਸੁੱਟ ਦਿਓ ਜਿਹੜਾ ਉਜਾੜ ਵਿੱਚ ਹੈ, ਪਰ ਉਸ ਨੂੰ ਹੱਥ ਨਾ ਲਾਓ, ਤਾਂ ਜੋ ਉਹ ਉਸ ਨੂੰ ਉਹਨਾਂ ਦੇ ਹੱਥੋਂ ਬਚਾ ਕੇ ਉਸ ਦੇ ਪਿਤਾ ਕੋਲ ਪਹੁੰਚਾ ਦੇਵੇ। ਇੰਝ ਹੋਇਆ ਕਿ ਜਦ ਯੂਸੁਫ ਆਪਣੇ ਭਰਾਵਾਂ ਦੇ ਕੋਲ ਆਇਆ ਤਾਂ ਉਹਨਾਂ ਨੇ ਯੂਸੁਫ ਉੱਤੋਂ ਉਸ ਦਾ ਚੋਲਾ ਅਰਥਾਤ ਉਹ ਲੰਮਾ ਚੋਲਾ ਜਿਹੜਾ ਉਸ ਦੇ ਉੱਤੇ ਸੀ ਲਾ ਲਿਆ। ਤਦ ਉਹਨਾਂ ਨੇ ਉਸ ਨੂੰ ਲੈ ਕੇ ਟੋਏ ਵਿੱਚ ਸੁੱਟ ਦਿੱਤਾ, ਪਰ ਉਹ ਟੋਆ ਸੱਖਣਾ ਸੀ, ਉਸ ਵਿੱਚ ਪਾਣੀ ਨਹੀਂ ਸੀ। ਜਦ ਉਹ ਰੋਟੀ ਖਾਣ ਬੈਠੇ ਤਾਂ ਉਹਨਾਂ ਨੇ ਆਪਣੀਆਂ ਅੱਖਾਂ ਚੁੱਕ ਕੇ ਵੇਖਿਆ ਕਿ ਇਸ਼ਮਾਈਲੀਆਂ ਦਾ ਇੱਕ ਕਾਫਿਲਾ ਗਿਲਾਦ ਤੋਂ ਆਉਂਦਾ ਸੀ ਅਤੇ ਉਹਨਾਂ ਨੇ ਊਠਾਂ ਦੇ ਗਰਮ ਮਸਾਲਾ ਅਤੇ ਗੁਗਲ ਅਤੇ ਗੰਦਰਸ ਲੱਦੀ ਹੋਈ ਸੀ ਜੋ ਮਿਸਰ ਨੂੰ ਲੈ ਜਾ ਰਹੇ ਸੀ। ਉਪਰੰਤ ਯਹੂਦਾ ਨੇ ਆਪਣੇ ਭਰਾਵਾਂ ਨੂੰ ਆਖਿਆ, ਕੀ ਲਾਭ ਹੋਵੇਗਾ ਜੇ ਅਸੀਂ ਆਪਣੇ ਭਰਾ ਨੂੰ ਮਾਰ ਸੁੱਟੀਏ ਅਤੇ ਉਸ ਦੇ ਲਹੂ ਨੂੰ ਲੁਕਾਈਏ। ਆਓ ਅਸੀਂ ਇਸ਼ਮਾਈਲੀਆਂ ਕੋਲ ਉਸ ਨੂੰ ਵੇਚ ਦਈਏ, ਪਰ ਉਸ ਉੱਤੋਂ ਸਾਡਾ ਹੱਥ ਨਾ ਪਵੇ, ਕਿਉਂ ਜੋ ਉਹ ਸਾਡਾ ਭਰਾ ਅਤੇ ਸਾਡਾ ਮਾਸ ਹੈ। ਅਤੇ ਉਸ ਦੇ ਭਰਾਵਾਂ ਨੇ ਮੰਨ ਲਿਆ। ਤਾਂ ਉਹ ਮਿਦਾਨੀ ਸੌਦਾਗਰ ਉਹਨਾਂ ਦੇ ਕੋਲੋਂ ਦੀ ਲੰਘੇ ਅਤੇ ਉਹਨਾਂ ਦੇ ਯੂਸੁਫ ਨੂੰ ਟੋਏ ਵਿੱਚ ਖਿੱਚ ਕੇ ਕੱਢਿਆ ਅਤੇ ਉਹਨਾਂ ਨੇ ਯੂਸੁਫ ਨੂੰ ਟੋਏ ਵਿੱਚੋਂ ਖਿੱਚ ਕੇ ਕੱਢਿਆ ਅਤੇ ਉਹਨਾਂ ਨੇ ਯੂਸੁਫ ਨੂੰ ਚਾਂਦੀ ਦੇ 20 ਰੁਪਇਆਂ ਵਿੱਚ ਵੇਚ ਦਿੱਤਾ ਅਤੇ ਉਹ ਯੂਸੁਫ ਨੂੰ ਮਿਸਰ ਵਿੱਚ ਲੈ ਗਏ। ਇਹ ਪ੍ਰਭੂ ਦੀ ਬਾਣੀ ਹੈ। ਖੁਦਾ ਦਾ ਸ਼ੁਕਰ ਹੋਵੇ। ਪਾਕ ਪਵਿੱਤਰ ਅੰਜੀਲ ਸੰਤ ਮਤੀ ਦੇ ਅਨੁਸਾਰ ਉਸ ਦਾ 21 ਬਾਬ 33 ਤੋਂ 43, 45 ਤੋਂ 46 ਆਇਤ ਤੱਕ। ਯੀਸ਼ੂ ਨੇ ਪ੍ਰਧਾਨ ਪੁਰੋਹਿਤਾਂ ਅਤੇ ਲੋਕਾਂ ਦੇ ਨੇਤਾਵਾਂ ਨੂੰ ਕਿਹਾ, ਇੱਕ ਹੋਰ ਤਮਸੀਲ ਸੁਣੋ। ਇੱਕ ਜ਼ਿਮੀਂਦਾਰ ਸੀ ਜਿਸ ਨੇ ਇੱਕ ਅੰਗੂਰੀ ਬਾਗ ਲਗਾਇਆ ਅਤੇ ਉਸ ਦੇ ਚਾਰੇ ਪਾਸੇ ਵਾੜ ਲਾਈ ਅਤੇ ਉਸ ਵਿੱਚੋਂ ਇੱਕ ਅੰਗੂਰੀ ਕੋਹਲੂ ਲਾਇਆ ਅਤੇ ਇੱਕ ਬੁਰਜ ਵੀ ਬਣਾਇਆ ਅਤੇ ਫਿਰ ਮੁਜ਼ਾਰਿਆਂ ਨੂੰ ਠੇਕੇ 'ਤੇ ਦੇ ਕੇ ਆਪ ਕਿਸੇ ਦੂਜੇ ਦੇਸ਼ ਨੂੰ ਚਲਾ ਗਿਆ। ਜਦੋਂ ਫਲਾਂ ਦੀ ਰੁੱਤ ਨੇੜੇ ਆਈ ਤਾਂ ਉਸ ਨੇ ਆਪਣੇ ਨੌਕਰਾਂ ਨੂੰ ਮੁਜ਼ਾਰਿਆਂ ਕੋਲ ਫਲ ਲੈਣ ਲਈ ਘੱਲਿਆ, ਪਰ ਮੁਜ਼ਾਰਿਆਂ ਨੇ ਉਸ ਦੇ ਨੌਕਰਾਂ ਨੂੰ ਫੜ ਕੇ ਕਿਸੇ ਨੂੰ ਮਾਰਿਆ ਕੁੱਟਿਆ, ਕਿਸੇ ਨੂੰ ਕਤਲ ਕਰ ਦਿੱਤਾ ਅਤੇ ਕਿਸੇ ਉੱਤੇ ਪਥਰਾਓ ਕੀਤਾ। ਇਸ ਦੇ ਬਾਅਦ ਉਸ ਨੇ ਆਪਣੇ ਹੋਰ ਨੌਕਰ ਘੱਲੇ, ਪਹਿਲੇ ਨਾਲੋਂ ਬਹੁਤੇ, ਅਤੇ ਮੁਜ਼ਾਰਿਆਂ ਨੇ ਉਹਨਾਂ ਨਾਲ ਵੀ ਉਹੀ ਸਲੂਕ ਕੀਤਾ।
ਬਾਅਦ ਵਿੱਚ ਉਸ ਨੇ ਆਪਣੇ ਪੁੱਤਰ ਨੂੰ ਉਹਨਾਂ ਦੇ ਕੋਲ ਘੱਲਿਆ, ਇਹ ਕਹਿੰਦੇ ਹੋਏ ਉਹ ਮੇਰੇ ਪੁੱਤਰ ਦਾ ਲਿਹਾਜ਼ ਕਰਨਗੇ। ਪਰ ਜਦੋਂ ਮੁਜ਼ਾਰਿਆਂ ਨੇ ਪੁੱਤਰ ਨੂੰ ਆਉਂਦਿਆਂ ਵੇਖਿਆ ਤਾਂ ਉਹਨਾਂ ਨੇ ਆਪੋ ਵਿੱਚ ਇਹ ਕਿਹਾ, ਇਹੀ ਵਾਰਿਸ ਹੈ, ਆਓ ਅਸੀਂ ਇਸ ਦਾ ਕਤਲ ਕਰ ਦਈਏ ਅਤੇ ਇਸ ਦੀ ਵਿਰਾਸਤ ਹਥਿਆ ਲਈਏ। ਉਹਨਾਂ ਨੇ ਉਸ ਨੂੰ ਫੜ ਕੇ ਅੰਗੂਰੀ ਬਾਗੋਂ ਬਾਹਰ ਕੱਢ ਦਿੱਤਾ ਅਤੇ ਉਸ ਦਾ ਕਤਲ ਕਰ ਦਿੱਤਾ। ਇਸ ਲਈ ਜਦੋਂ ਅੰਗੂਰੀ ਬਾਗ ਦਾ ਮਾਲਿਕ ਆਵੇਗਾ ਤਾਂ ਉਹਨੂੰ ਮੁਜ਼ਾਰਿਆਂ ਨਾਲ ਕੀ ਕਰੇਗਾ? ਉਹਨਾਂ ਨੇ ਉਸ ਨੂੰ ਕਿਹਾ, ਉਹ ਉਹਨਾਂ ਦੁਸ਼ਟਾਂ ਦਾ ਤਸੀਹੇ ਦੇ ਕੇ ਕਤਲ ਕਰੇਗਾ ਅਤੇ ਅੰਗੂਰੀ ਬਾਗ ਹੋਰ ਦੂਜੇ ਮੁਜ਼ਾਰਿਆਂ ਨੂੰ ਦੇ ਦੇਵੇਗਾ ਜੋ ਵੇਲੇ ਸਿਰ ਉਸ ਨੂੰ ਫਲ ਦੇਣਗੇ। ਯੀਸ਼ੂ ਨੇ ਉਹਨਾਂ ਨੂੰ ਕਿਹਾ, ਕੀ ਤੁਸੀਂ ਪਵਿੱਤਰ ਲਿਖਤਾਂ ਵਿੱਚ ਇਹ ਕਦੇ ਨਹੀਂ ਪੜ੍ਹਿਆ? ਜੋ ਪੱਥਰ ਰਾਜ ਮਿਸਤਰੀਆਂ ਨੇ ਰੱਦ ਕਰ ਦਿੱਤਾ ਸੀ, ਉਹੀ ਕੋਨੇ ਦੇ ਸਿਰੇ ਦਾ ਪੱਥਰ ਬਣਿਆ। ਇਹ ਪ੍ਰਭੂ ਦਾ ਕਰਮ ਹੈ ਅਤੇ ਇਹੀ ਸਾਡੀ ਨਜ਼ਰ ਵਿੱਚ ਅਚਰਜ ਹੈ। ਇਸ ਲਈ ਮੈਂ ਤੁਹਾਨੂੰ ਕਹਿੰਦਾ ਹਾਂ, ਖੁਦਾ ਦਾ ਰਾਜ ਤੁਹਾਤੋਂ ਲੈ ਲਿਆ ਜਾਵੇਗਾ ਅਤੇ ਅਜਿਹੀ ਕੌਮ ਨੂੰ ਦਿੱਤਾ ਜਾਵੇਗਾ ਜੋ ਇਸ ਦਾ ਫਲ ਪੈਦਾ ਕਰੇਗੀ। ਜਦੋਂ ਪ੍ਰਧਾਨ ਪੁਰੋਹਿਤਾਂ ਅਤੇ ਫਰੀਸੀਆਂ ਨੇ ਉਸ ਦੀਆਂ ਤਮਸੀਲਾਂ ਸੁਣੀਆਂ ਤਾਂ ਉਹ ਸਮਝ ਗਏ ਕਿ ਉਹ ਉਹਨਾਂ ਨੂੰ ਲੈ ਕੇ ਗੱਲਾਂ ਕਰ ਰਿਹਾ ਹੈ। ਉਹ ਉਸ ਨੂੰ ਗ੍ਰਿਫਤਾਰ ਕਰਨਾ ਚਾਹੁੰਦੇ ਹਨ, ਪਰ ਜਨਤਾ ਤੋਂ ਡਰਦੇ ਸਨ ਕਿਉਂਕਿ ਲੋਕ ਉਸ ਨੂੰ ਨਬੀ ਮੰਨਦੇ ਹਨ। ਪ੍ਰਭੂ ਦੀ ਪਾਕ ਤੇ ਪਵਿੱਤਰ ਅੰਜੀਲ। ਪ੍ਰਭੂ ਦੀ ਮਹਿਮਾ ਹੋਵੇ। ਐ ਮੇਰੇ ਮਸੀਹਾ।